Hello everyone. In previous session we did food chain. Food chain ਦੇ ਵਿੱਚ ਆਪਣੇ various trophic levels ਕੀ ਚੀਜ਼ ਸੀ, food chain ਦੇ characteristic properties ਉਹਦਾ unidirectional ਹੋਣਾ, 1/10th rule, biomagnification and food web. Right? So in today's lecture what we will discuss, ਆਪਾਂ ozone layer ਬਾਰੇ ਪੜਾਂਗੇ ਕਿ ozone layer ਕੀ ਚੀਜ਼ ਹੁੰਦੀ ਹੈ, ਇਹਦੀ significance ਕੀ ਹੈ and ਇਹਦੀ depletion ਦੇ causes ਕੀ ਨੇ. ਰਾਈਟ ਇਹ ਬਹੁਤ ਹੀ ਕਰੰਟ ਟੌਪਿਕ ਹੈ ਅੱਜ ਦੇ ਟਾਈਮ ਦਾ. ਐਨਵਾਇਰਨਮੈਂਟ ਇਸ਼ੂਜ਼ ਦੇ ਰਿਲੇਟਡ ਜਿੱਥੇ ਵੀ ਕੋਈ ਤੁਸੀਂ ਲੈਕਚਰਸ ਸੁਣੋਗੇ ਜਾਂ ਕਦੇ ਵੀ ਕੋਈ ਡਿਬੇਟਸ ਹੋਣਗੀਆਂ ਉੱਥੇ ਓਜ਼ੋਨ ਲੇਅਰ ਦੇ ਬਾਰੇ ਡਿਸਕਸ਼ਨ ਬਹੁਤ ਹੀ ਯੂਜੂਅਲੀ ਤੁਹਾਨੂੰ ਸੁਣਨ ਨੂੰ ਮਿਲੂਗੀ. ਰਾਈਟ ਬਹੁਤ ਸਾਰੀਆਂ ਬੁੱਕਸ ਦੇ ਵਿੱਚ ਕਿਤੇ ਵੀ ਐਨਵਾਇਰਨਮੈਂਟ ਦਾ ਕੋਈ ਆਰਟੀਕਲ ਦੇਖੋਗੇ, ਕੋਈ ਨਿਊਜ਼ਪੇਪਰ ਦੇ ਵਿੱਚ ਜਾਂ ਕਿਤੇ ਵੀ ਦੇਖੋਗੇ ਉੱਥੇ ਤੁਹਾਨੂੰ ਓਜ਼ੋਨ ਲੇਅਰ ਇਹਦੀ ਇੰਪੋਰਟੈਂਸ ਬਾਰੇ ਬਹੁਤ ਯੂਜੂਅਲੀ ਇਸ ਚੀਜ਼ ਬਾਰੇ ਡਿਸਕਸ਼ਨ ਕੀਤੀ ਜਾਂਦੀ ਹੈ. ਪਹਿਲਾਂ ਵੀ ਤੁਸੀਂ ਪਿਛਲੀਆਂ ਕਲਾਸਿਸ 'ਚ ਵੀ ਇਹ ਕੀਤਾ ਹੁੰਦਾ ਹੈ. 9th ਕਲਾਸ ਦੇ ਵਿੱਚ ਤੁਸੀਂ ਨੈਚੁਰਲ ਰਿਸੋਰਸਿਸ ਵਾਲੇ ਚੈਪਟਰ ਦੇ ਵਿੱਚ ਜਿੱਥੇ ਤੁਸੀਂ 에ਅਰ, ਵਾਟਰ ਪੋਲਿਊਸ਼ਨ ਐਟਸੈਕਟਰਾ ਜਾਂ ਡਿਫਰੈਂਟ ਸਾਈਕਲਸ ਕੀਤੇ ਸੀ. ਠੀਕ ਹੈ, ਕਾਰਬਨ ਨਾਈਟ੍ਰੋਜਨ ਸਾਈਕਲ, ਆਕਸੀਜਨ ਸਾਈਕਲ, ਉੱਥੇ ਕਾਰਬਨ ਸਾਈਕਲ ਅਤੇ ਆਕਸੀਜਨ ਸਾਈਕਲ ਦੇ ਵਿੱਚ ਵੀ ਤੁਸੀਂ ਓਜ਼ੋਨ ਐਂਡ ਇਟਸ ਸਿਗਨੀਫਿਕੈਂਸ ਕੀਤੀ ਸੀ. ਸੋ ਟੁਡੇ ਵੀਲ ਰਿਵਾਈਜ਼ ਅਗੇਨ ਓਜ਼ੋਨ ਲੇਅਰ ਕੀ ਚੀਜ਼ ਹੈ, ਇਹਦੀ ਸਿਗਨੀਫਿਕੈਂਸ ਐਂਡ ਇਟਸ ਡਿਪਲੇਸ਼ਨ. राइट सो ओजोन जो है एक ट्राइएटॉमिक मॉलिक्यूल ऑफ ऑक्सीजन है. ऑक्सीजन एक एलिमेंट है जो कि ਆਪਾਂ ਨੂੰ ਪਤਾ ਹੈ ਕਿ ਦੋ ਐਲੀਮੈਂਟਲ ਸਟੇਟਸ ਦੇ ਵਿੱਚ ਐਟਮੋਸਫੇਅਰ ਦੇ ਵਿੱਚ ਪਾਈ ਜਾਂਦੀ ਹੈ. ਇੱਕ ਤਾਂ ਹੈ O2 that is oxygen gas. ਇਹ ਗੈਸ O2 ਦੀ ਫਾਰਮ 'ਚ ਜਦੋਂ ਹੁੰਦੀ ਹੈ, ਜਦੋਂ ਦੋ ਐਟਮਸ ਜੁੜ ਕੇ O2 ਬਣਦੇ ਨੇ ਉਦੋਂ ਆਪਣੇ ਲਈ ਬਹੁਤ ਬੈਨੀਫੀਸ਼ੀਅਲ ਹੈ. ਬਰੀਦਿੰਗ ਪ੍ਰੋਸੈਸ ਲਈ ਜ਼ਰੂਰੀ ਹੈ, ਕੰਬਸ਼ਨ ਪ੍ਰੋਸੈਸ ਲਈ ਜ਼ਰੂਰੀ ਹੈ. ਬਟ ਅਗਰ ਇਹਦੇ 3 ਐਟਮਸ ਮਿਲ ਜਾਣ, ਅਗਰ ਆਕਸੀਜਨ ਦੇ 3 ਐਟਮਸ ਮਿਲ ਜਾਣ, ਟ੍ਰਾਈਐਟੋਮਿਕ ਮੋਲੀਕਿਊਲ ਬਣ ਜੇ ਤਾਂ ਉਹੀ ਆਪਣੇ ਲਈ ਕਿਸੇ ਹੋਰ ਫਾਰਮ ਦੇ ਵਿੱਚ ਜ਼ਰੂਰੀ ਵੀ ਹੈ ਅਤੇ ਹਾਰਮਫੁਲ ਵੀ ਹੈ. ਰਾਈਟ ਸੋ ਓਜ਼ੋਨ ਜੋ ਹੈ ਇੱਕ ਟ੍ਰਾਈਐਟੋਮਿਕ ਮੋਲੀਕਿਊਲ, ਇਟ ਇਜ਼ ਮੇਡ ਅਪ ਆਫ 3 ਐਟਮਸ. ਤੁਸੀਂ ਦੇਖ ਸਕਦੇ ਹੋ O3, ਇਸ ਕਰਕੇ ਇਹਨੂੰ ਟ੍ਰਾਈਐਟੋਮਿਕ ਮੋਲੀਕਿਊਲ ਕਿਹਾ ਜਾਂਦਾ ਹੈ. ਓਜ਼ੋਨ ਜੋ ਹੈ ਅਗਰ ਲੋਅਰ ਲੈਵਲਸ ਆਫ ਅਰਥ 'ਤੇ ਪਾਈ ਜਾਵੇ ਤਾਂ ਓਜ਼ੋਨ ਜੋ ਹੈ ਡੈਡਲੀ ਐਂਡ ਪੋਇਜ਼ਨਸ ਗੈਸ ਹੈ. ਇਹਦਾ ਕੋਈ ਐਸ ਸੱਚ ਹਿਊਮਨਸ ਨਾਲ ਡਾਇਰੈਕਟਲੀ ਕੋਈ ਯੂਜ਼ ਨਹੀਂ ਹੈ. ਠੀਕ ਹੈ, ਓਜ਼ੋਨ ਦਾ ਲੋਅਰ ਲੈਵਲ ਆਫ ਆਪਾਂ ਕਹੀਏ ਟ੍ਰੋਪੋਸਫੀਅਰ, ਇੱਥੇ ਆਪਣੇ ਲੇਅਰਸ ਦੇ ਵਿੱਚ ਜਿਹੜੀਆਂ ਮੇਨਲੀ ਜਿਹੜੀ ਆਪਣੀ ਅਰਥ ਦੀਆਂ ਡਿਫਰੈਂਟ ਲੇਅਰਸ ਨੇ, ਟ੍ਰੋਪੋਸਫੀਅਰ, ਸਟ੍ਰੈਟੋਸਫੀਅਰ, ਮੀਜ਼ੋਸਫੀਅਰ, ਆਇਨੋਸਫੀਅਰ, ਥਰਮੋਸਫੀਅਰ. ਤਾਂ ਜਦੋਂ ਟ੍ਰੋਪੋਸਫੀਅਰ ਜਿਹੜੀ ਸਭ ਤੋਂ ਨੇੜੇ ਵਾਲੀ ਐਟਮੋਸਫੀਅਰ ਦੀ ਧਰਤੀ ਦੇ ਲੇਅਰ ਹੈ ਉਸ ਦੇ ਵਿੱਚ ਅਗਰ ਓਜ਼ੋਨ ਦੀ ਗੈਸ ਦੇਖੀ ਜਾਂਦੀ ਹੈ, ਪਾਈ ਜਾਂਦੀ ਹੈ ਡਿਊ ਟੂ ਡਿਫਰੈਂਟ ਸਰਕਮਸਟਾਂਸਿਸ, ਤਾਂ ਉਹ ਆਪਣੇ ਲਈ ਹਾਰਮਫੁਲ ਹੈ, ਪੋਇਜ਼ਨਸ ਗੈਸ ਹੈ. ਰਾਈਟ ਅਦਰਵਾਈਜ਼ ਇਹਦੀ ਲੋਕੇਸ਼ਨ ਕਿੱਥੇ ਹੈ, ਇਹ ਟ੍ਰੋਪੋ ਲੇਅਰ ਦੇ ਵਿੱਚ ਆਪਣੀ ਬੇਸਿਕ ਲੇਅਰ ਦੇ ਵਿੱਚ ਨਹੀਂ ਪਾਈ ਜਾਂਦੀ ਹੈ, ਸਟ੍ਰੈਟੋਸਫੀਅਰ ਲੇਅਰ ਦੇ ਵਿੱਚ ਪਾਈ ਜਾਂਦੀ ਹੈ. ਰਾਈਟ ਦ ਸੈਕਿੰਡ ਲੇਅਰ, ਅਗਰ ਜਿਓਗ੍ਰਾਫੀ ਦੇ ਵਿੱਚ ਤੁਸੀਂ ਦੇਖਿਆ ਹੋਵੇ ਐਟਮੋਸਫੇਅਰ ਦੀਆਂ ਡਿਫਰੈਂਟ ਲੇਅਰਸ ਹੁੰਦੀਆਂ ਨੇ, ਟ੍ਰੋਪੋਸਫੀਅਰ, ਸਟ੍ਰੈਟੋਸਫੀਅਰ, ਮੀਜ਼ੋਸਫੀਅਰ, ਥਰਮੋਸਫੀਅਰ. ਤੁਸੀਂ ਦੇਖੋਗੇ ਡਿਸਟੈਂਸ ਜਿਵੇਂ ਜਿਵੇਂ ਉੱਤੇ ਨੂੰ ਜਾਂਦੇ ਹਾਂ ਆਪਾਂ ਉਵੇਂ ਉਵੇਂ ਡਿਫਰੈਂਟ ਲੇਅਰਸ ਆਉਂਦੀਆਂ ਨੇ. ਤਾਂ ਸੈਕਿੰਡ ਲੇਅਰ ਦੇ ਵੀ ਇੱਕ ਲੈਵਲ 'ਤੇ ਟੌਪ ਲੇਅਰ ਦੇ ਵਿੱਚ ਜਾ ਕੇ ਸਟ੍ਰੈਟੋਸਫੀਅਰ ਲੇਅਰ ਦੇ ਵਿੱਚ ਇਹ ਓਜ਼ੋਨ ਦੀ ਗੈਸ ਪਾਈ ਜਾਂਦੀ ਹੈ. ਠੀਕ ਹੈ, ਇਹਦੀ ਸਿਗਨੀਫਿਕੈਂਸ ਕਿੱਥੇ ਹੈ, ਜਦੋਂ ਇਹ ਸਟ੍ਰੈਟੋਸਫੀਅਰ ਲੇਅਰ ਦੇ ਵਿੱਚ ਹੁੰਦੀ ਹੈ ਤਾਂ ਇਹ ਅਰਥ ਦੇ ਐਟਮੋਸਫੇਅਰ ਦੇ ਵਿੱਚ ਅਲਟਰਾਵਾਇਲਟ ਰੇਡੀਏਸ਼ਨਸ ਦੀ ਐਂਟਰੈਂਸ ਨੂੰ ਕੀ ਕਰਦੀ ਹੈ, ਪ੍ਰੋਹਿਬਿਟ ਕਰਦੀ ਹੈ. ਅਲਟਰਾਵਾਇਲਟ ਰੇਡੀਏਸ਼ਨਸ ਆਫ ਸਨ ਜਿਨ੍ਹਾਂ ਨੂੰ ਕਿ ਆਪਾਂ UV ਰੇਡੀਏਸ਼ਨਸ ਵੀ ਕਹਿ ਦਿੰਦੇ ਹਾਂ, ਇਟ ਪ੍ਰੋਟੈਕਟਸ ਦ ਸਰਫੇਸ ਆਫ ਅਰਥ ਫਰੋਮ ਦ ਅਲਟਰਾਵਾਇਲਟ ਰੇਡੀਏਸ਼ਨਸ ਆਫ ਸਨ. ਇਹ ਜਿਹੜੀਆਂ ਅਲਟਰਾਵਾਇਲਟ ਰੇਡੀਏਸ਼ਨਸ ਹੁੰਦੀਆਂ ਨੇ ਇਹ ਅਗਰ ਧਰਤੀ 'ਤੇ ਬਿਲਕੁਲ ਹਿਊਮਨ ਲੈਵਲ ਤੱਕ ਆਪਣੇ ਤੱਕ ਆਉਂਦੀਆਂ ਨੇ ਤਾਂ ਕਾਫੀ ਹਾਰਮਫੁਲ ਹੁੰਦੀਆਂ ਨੇ. ਇਹਨਾਂ ਨਾਲ ਬਹੁਤ ਸਕਿਨ ਪ੍ਰੋਬਲਮਸ ਹੋ ਜਾਂਦੀਆਂ ਨੇ, ਇਹਨਾਂ ਨਾਲ ਵਿਜ਼ਨ ਦੀ ਪ੍ਰੋਬਲਮ ਹੁੰਦੀ ਹੈ, ਬਹੁਤ ਤੇਜ਼ ਹੁੰਦੀਆਂ ਨੇ, ਸਕਿਨ ਕੈਂਸਰ ਤੱਕ ਕਾਜ਼ ਹੋ ਜਾਂਦਾ ਹੈ. ਐਂਡ ਅਲਟਰਾਵਾਇਲਟ ਰੇਡੀਏਸ਼ਨ ਇੱਕ ਬਹੁਤ ਵੱਡੀ ਐਨਵਾਇਰਮੈਂਟਲ ਪ੍ਰੋਬਲਮ ਵੀ ਕਾਜ਼ ਕਰਦੇ ਨੇ ਜੋ ਕਿ ਹੈ ਆਪਣੀ ਗਲੋਬਲ ਵਾਰਮਿੰਗ. ਗਲੋਬਲ ਵਾਰਮਿੰਗ ਕੀ ਹੁੰਦਾ ਹੈ, ਗਲੋਬ ਦਾ ਇੱਕ ਲੈਵਲ ਆਫ ਟੈਂਪਰੇਚਰ ਰਾਈਜ਼ ਕਰਕੇ ਗਰਮ ਹੋ ਜਾਣਾ, ਗਲੋਬਲੀ ਗਰਮੀ ਪੈਦਾ ਕਰਨਾ. ਇਸ ਚੀਜ਼ ਨੂੰ ਆਪਾਂ ਟਰਮ ਨੂੰ ਕੀ ਯੂਜ਼ ਕਰਦੇ ਹਾਂ, ਗਲੋਬਲ ਵਾਰਮਿੰਗ. ਰਾਈਟ ਕਿਉਂਕਿ ਜਿਹੜੀਆਂ ਗੈਸਾਂ ਅੱਜ ਕੱਲ੍ਹ ਮੀਥੇਨ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, CFCs ਐਟਸੈਕਟਰਾ ਵਰਗੇ ਜਿਹੜੀਆਂ ਗੈਸਿਸ ਨੇ, ਇਹ ਗੈਸਿਸ ਜੋ ਹੈ ਜ਼ਿਆਦਾ ਸੂਰਜ ਦੀ ਗਰਮੀ ਨੂੰ ਟਰੈਪ ਕਰ ਰਹੀਆਂ ਨੇ. ਤਾਂ ਜ਼ਿਆਦਾ ਸੋਲਰ ਐਨਰਜੀ ਟਰੈਪ ਹੋਣ ਦੇ ਕਰਕੇ ਆਪਣੀ ਧਰਤੀ ਦਾ ਜੋ ਐਵਰੇਜ ਟੈਂਪਰੇਚਰ ਹੈ ਉਹ ਇਨਕਰੀਜ਼ ਹੋ ਜਾਂਦਾ ਹੈ. Right, so this phenomenon is global warming. So first of all you can pause the video, you can note down this content and then we'll see कि ozone ਦੀ formation ਕਿਵੇਂ ਹੁੰਦੀ ਹੈ and ozone ਦੀ depletion ਦੇ causes ਕੀ ਕੁਛ ਨੇ.
ਸੋ ਦਿਸ ਇਜ਼ ਹਾਊ ਓਜ਼ੋਨ ਇਜ਼ ਫਾਰਮਡ। ਕਿਵੇਂ ਹੁੰਦੀ ਹੈ? ਯੂਵੀ ਰੇਡੀਏਸ਼ਨਸ ਜਿਹੜੀਆਂ ਹੈਗੀਆਂ ਉਹ ਬੇਸਿਕਲੀ ਜਿਹੜੀ ਤੁਹਾਡੀ ਡਾਇਐਟੋਮਿਕ ਮੋਲੀਕਿਊਲ ਆਫ ਆਕਸੀਜਨ ਹੈ O2, ਠੀਕ ਹੈ, ਇਹਨੂੰ ਫ੍ਰੀ ਆਕਸੀਜਨ ਐਟਮਸ ਦੇ ਵਿੱਚ ਕੀ ਕਰ ਦਿੰਦੀ ਹੈ? ਸਪਲਿਟ ਕਰ ਦਿੰਦੀ ਹੈ। ਅਗਰ ਯੂਵੀ ਰੇਡੀਏਸ਼ਨਸ O2 ਨੂੰ ਫ੍ਰੀ ਆਕਸੀਜਨ 'ਚ ਸਪਲਿਟ ਕਰੇਗੀ ਤਾਂ ਜਿਹੜੇ O2 ਮੋਲੀਕਿਊਲ ਹੈ ਤੁਹਾਡਾ O+O ਸਿੰਗਲ ਐਟਮਸ ਦੇ ਵਿੱਚ ਕੀ ਕਰ ਗਿਆ? ਸਪਲਿਟ ਕਰ ਗਿਆ, ਰਾਈਟ। ਹੁਣ ਕਈ ਵਾਰ ਕੀ ਹੁੰਦਾ ਹੈ, ਸਿੰਗਲ ਜਿਹੜਾ ਐਟਮ ਹੈ ਇਕੱਲਾ ਜੋ ਹੈ ਐਟਮੋਸਫੇਅਰ ਦੇ ਵਿੱਚ ਨਾ ਰਹਿ ਕੇ ਕਿਸੇ ਹੋਰ O2 ਮੋਲੀਕਿਊਲ ਦੇ ਨਾਲ ਕੀ ਕਰ ਜਾਂਦਾ ਹੈ? ਕੰਬਾਈਨ ਕਰ ਜਾਂਦਾ ਹੈ, ਕਿਉਂਕਿ ਪੂਰੀ ਦੀ ਪੂਰੀ O2 ਗੈਸ ਨਹੀਂ ਇਸ ਫਾਰਮ 'ਚ ਆ ਗਈ, ਐਂ ਤਾਂ ਫਿਰ ਸਾਰੀ ਆਕਸੀਜਨ ਹੀ ਖਤਮ ਹੋ ਜੂਗੀ, ਠੀਕ ਹੈ। ਸਿਰਫ ਕੁਝ ਅਗਰ ਐਟਮਸ ਆਫ O2 ਤੁਹਾਡੇ ਸਿੰਗਲ O ਦੇ ਵਿੱਚ ਕਨਵਰਟ ਹੋ ਗਏ, ਐਟਮਸ ਦੇ ਵਿੱਚ ਹੋ ਗਏ, ਤਾਂ ਸਿੰਗਲ ਐਟਮਸ ਆਫ ਆਕਸੀਜਨ ਜੋ ਹੈ ਬਾਕੀ ਬਚੇ ਹੋਏ ਜਿਹੜੇ ਡਾਇਐਟੋਮਿਕ ਮੋਲੀਕਿਊਲ ਆਫ ਆਕਸੀਜਨ ਨਾਲ ਕੰਬਾਈਨ ਕਰਕੇ ਕਿਹਦੇ ਵਿੱਚ ਰਿਜ਼ਲਟ ਕਰ ਜਾਏਗਾ? ਓਜ਼ੋਨ ਦੇ ਵਿੱਚ ਰਿਜ਼ਲਟ ਕਰ ਜਾਏਗਾ, right? These oxygen atoms then they will combine with oxygen molecule O2 to form O3। ਇਸ ਤਰੀਕੇ ਨਾਲ ਜਿਹੜੀ ਹੈ ਤੁਹਾਡੀ ਓਜ਼ੋਨ ਦੀ ਫਾਰਮੇਸ਼ਨ ਹੁੰਦੀ ਹੈ। ਹੁਣ ਇਹ ਨੈਚੁਰਲ ਪ੍ਰੋਸੈਸ ਹੈ। ਓਜ਼ੋਨ ਦੀ ਫਾਰਮੇਸ਼ਨ ਜੇ ਨਹੀਂ ਹੋਊਗੀ ਤਾਂ ਯੂਵੀ ਰੇਡੀਏਸ਼ਨਸ ਤੋਂ ਥੱਲੜੇ ਐਟਮੋਸਫੇਅਰ ਨੂੰ ਬਚਾਊਗਾ ਕੌਣ? ਤੇ ਨੈਚੁਰਲ ਫਿਨੋਮੀਨਨਸ ਨੇ ਜੋ ਕਿ এনवायरमेंट ਦੇ ਵਿੱਚ ਖੁਦ ਹੁੰਦੀ ਹੈ, ਠੀਕ ਹੈ। ਫਸਟ ਆਫ ਆਲ ਨੋਟ ਦਿਸ ਕੰਟੈਂਟ, ਦੈਨ ਵੀਲ ਡੀਲ ਵਿਦ ਓਜ਼ੋਨ ਡਿਪਲੀਸ਼ਨ, ਉਹਦੇ ਵੇਰੀਅਸ ਕਾਜ਼ਸ। ਓਜ਼ੋਨ ਲੇਅਰ ਦੀ ਡਿਪਲੀਸ਼ਨ ਦੇ ਬਹੁਤ ਜ਼ਿਆਦਾ ਬੇਸਿਕ ਜਿਹੜੇ ਕਾਜ਼ਸ ਨੇ ਉਹ ਹੈਗੇ 에ਅਰ ਪੋਲਿਊਟੈਂਟਸ, ਜਿਹੜੇ ਕਿ 에ਅਰ ਦੇ ਵਿੱਚ ਕਿਸੇ ਨਾ ਕਿਸੇ ਪ੍ਰੋਸੈਸ ਨਾਲ ਕੀ ਹੁੰਦੇ ਆ? ਰਿਲੀਜ਼ ਹੁੰਦੇ ਆ। ਸੋ ਓਜ਼ੋਨ ਲੇਅਰ ਇਟ ਇਜ਼ ਬੇਸਿਕਲੀ ਗੈਟਿੰਗ ਡਿਪਲੀਟਡ ਡਿਊ ਟੂ ਵੇਰੀਅਸ 에ਅਰ ਪੋਲਿਊਟੈਂਟਸ ਲਾਈਕ कैसे? ਤੁਸੀਂ ਪਹਿਲਾਂ ਵੀ ਪੜ੍ਹਿਆ ਹੁੰਦਾ CFCs, HFCs, CH4, ਇਹ ਸਾਰੇ ਜਿਹੜੇ ਕੰਪੋਨੈਂਟਸ ਹੈ ਇਹ ਬਹੁਤ ਸਾਰੇ ਆਪਾਂ ਕਹੀਏ ਕੰਬਸਸ਼ਨ ਪ੍ਰੋਸੈਸਿਸ ਨਾਲ, ਆਟੋਮੋਬਾਈਲਸ ਦੇ ਵਿੱਚ ਜਿਹੜਾ ਕੰਬਸਸ਼ਨ ਆਫ ਫਿਊਲਸ ਹੋ ਰਿਹਾ ਹੈ ਉਹਨਾਂ ਦੇ ਨਾਲ, ਜਾਂ ਫਿਰ ਜਿਹੜੇ CFCs ਵਗੈਰਾ ਵਰਗੇ, HFCs ਵਗੈਰਾ ਵਰਗੇ ਜਿਹੜੇ ਹੈਗੇ ਇਹ ਰੈਫ੍ਰਿਜਰੇਟਰਸ ਦੇ ਵਿੱਚ ਜਾਂ ਕੂਲੈਂਟਸ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ, ਠੀਕ ਹੈ। ਕਲੋਰੀਨ ਦੇ ਨਾਲ, ਹੋਰ ਵੀ ਬਹੁਤ ਸਾਰੇ ਹੁੰਦੇ ਆ, SF6 ਹੁੰਦਾ ਹੈ, ਕਲੋਰੀਨ ਹੁੰਦੀ ਆ, ਠੀਕ ਹੈ, ਕਾਰਬਨ ਡਾਈਆਕਸਾਈਡ ਹੈ। ਤੇ ਇਹ ਬਹੁਤ ਸਾਰੇ ਐਸੇ ਨੇ ਜਿਹੜੇ ਕਿ ਓਜ਼ੋਨ ਦੀ ਡਿਪਲੀਸ਼ਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਰਿਜ਼ਲਟ ਕਰ ਰਹੇ ਨੇ। CFCs ਜਿਹੜੇ ਹੈਗੇ ਜ਼ਿਆਦਾਤਰ ਰੈਫ੍ਰਿਜਰੇਟਰਸ ਦੇ ਵਿੱਚ, ਕੂਲੈਂਟਸ ਦੇ ਵਿੱਚ, ਆਪਾਂ ਕਹੀਏ ਫ੍ਰਿਜ ਵਗੈਰਾ, ACs ਜਿਹੜੇ ਆਪਾਂ ਲਗਾਉਂਦੇ ਹਾਂ ਇਹਨਾਂ ਨਾਲ ਹੁੰਦਾ ਹੈ। ਐਂਡ ਇਹਨਾਂ ਦਾ ਫੁੱਲ ਫਾਰਮ ਤੁਹਾਨੂੰ ਲਿਖ ਕੇ ਦਿੱਤਾ ਹੋਇਆ ਹੈ। ਮੀਥੇਨ ਹੈ, ਨਾਈਟ੍ਰੋਜਨ ਦੇ ਆਕਸਾਈਡਸ ਨੇ, NO3, NO2, NO ਡਾਈਆਕਸਾਈਡ, ਮੋਨੋਆਕਸਾਈਡ, ਆਪਾਂ ਕਹੀਏ ਨਾਈਟਰਸ ਆਕਸਾਈਡ, ਹੋਰ ਬਥੇਰੇ ਨੇ, ਠੀਕ ਹੈ। N2O, ਬਹੁਤ ਤਰੀਕੇ ਦੇ ਆਕਸਾਈਡਸ ਆਫ ਨਾਈਟ੍ਰੋਜਨ ਹੁੰਦੇ ਨੇ ਜਿਨ੍ਹਾਂ ਨਾਲ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੋਲਰ ਐਨਰਜੀ ਟਰੈਪ ਹੋ ਰਹੀ ਹੈ, ਠੀਕ ਹੈ। ਓਜ਼ੋਨ ਲੇਅਰ ਡਿਪਲੀਟ ਹੋ ਰਹੀ ਹੈ। ਇੱਕ ਇਹਦਾ ਬਹੁਤ ਬੇਸਿਕ ਜਿਹੜਾ ਐਗਜ਼ਾਮਪਲ ਹੈ ਐਂਟਾਰਕਟਿਕ ਦੇ ਉੱਪਰ ਜਿਹੜਾ ਹੋਲ ਦੀ ਗੱਲ ਕੀਤੀ ਜਾਂਦੀ ਹੈ, ਦੈਟ ਇਜ਼ ਓਜ਼ੋਨ ਡਿਪਲੀਸ਼ਨ ਦੇ ਵਿੱਚ ਉਸ ਚੀਜ਼ ਨੂੰ ਡਿਸਕਸ ਕੀਤਾ ਜਾਂਦਾ ਹੈ, ਠੀਕ ਹੈ। ਤਾਂ ਓਜ਼ੋਨ ਲੇਅਰ ਦੀ ਡਿਪਲੀਸ਼ਨ ਦੇ ਬੇਸਿਕ ਕਾਜ਼ਸ क्लोरोफ्लोरोकार्बन्स, हाइड्रोफ्लोरोकार्बन्स, मीथेन एंड वेरियस ऑक्साइड्स ऑफ नाइट्रोजन जो है एंड मैनी अदर, ठीक है, वो बहुत सारिया गैसेस जो है ओजोन की डिप्लीशन के रिजल्ट कर रही ने। तो हुण आपां जे देखा जाए कि इन्हां चीज़ों ते जे तुसीं ओजोन की डिप्लीशन ते कंट्रोल करना है तो किसी तरीके नाल इन्हां दियां जिहड़े आह कॉजेज ने इन्हां ते कंट्रोल करना जरूरी है, ठीक है। ਆਪਾਂ ਕੀ ਕਰਦੇ ਹਾਂ, ਗਰਮੀ ਜ਼ਿਆਦਾ ਹੋ ਰਹੀ ਹੈ ਤਾਂ ਹੁਣ ਅੱਜ ਕੱਲ੍ਹ ਕੀ ਹੈ, ਹਰੇਕ ਹੀ ਬੰਦਾ ਕਹਿੰਦਾ ਜ਼ਿਆਦਾ ACs ਜਾਂ ਕੂਲੈਂਟਸ ਦੀ ਜ਼ਰੂਰਤ ਪੈਂਦੀ ਹੈ, ਉਹਦੇ ਨਾਲ ਹੋਰ ਗਰਮੀ ਹੋ ਰਹੀ ਹੈ। ਤਾਂ ਇਹ ਕੋਈ ਇੱਕ ਮਤਲਬ ਆਪਣੇ ਕੋਲੇ ਸਮਾਧਾਨ ਨਹੀਂ ਹੈ, ਕੋਈ ਸੋਲਿਊਸ਼ਨ ਨਹੀਂ ਹੈ ਇਸ ਚੀਜ਼ ਦਾ ਕਿ ਜੇ ਗਰਮੀ ਲੱਗ ਰਹੀ ਹੈ, ਗਰਮੀ ਹੋ ਕਿਉਂ ਰਹੀ ਹੈ, ਉਹਦਾ ਕੌਜ਼ ਵੀ ਆਪਣੇ ਕੋਲੇ ਹੀ ਹੈ। ਕਿਉਂਕਿ ਜਿੰਨੇ ਜ਼ਿਆਦਾ ACs ਜਾਂ ਰੈਫ੍ਰਿਜਰੇਟਰਸ ਜਾਂ ਆਪਾਂ ਕਹੀਏ ਜਿੰਨੀਆਂ ਜ਼ਿਆਦਾ ਕੂਲੈਂਟਸ ਦੇ ਤਰੀਕੇ ਆਪਾਂ ਮੀਡੀਅਮਸ ਦੇਖ ਰਹੇ ਹਾਂ, ਸੋਚ ਰਹੇ ਹਾਂ, ਉਹ ਸਾਰੇ ਹੋਰ ਜ਼ਿਆਦਾ ਗਰਮੀ ਕਰਨ ਦੇ ਵਿੱਚ ਕੀ ਆਪਣਾ ਯੋਗਦਾਨ ਦੇ ਰਹੇ ਹੈ, ਹਟਾ ਨਹੀਂ ਰਹੇ। ਆਪਾਂ ਨੂੰ ਅੰਦਰ ਜ਼ਰੂਰ ਠੀਕ ਹੈ ਕੂਲਿੰਗ ਹੋ ਜਾਂਦੀ ਹੈ, ਠੀਕ ਫੀਲ ਹੁੰਦਾ ਹੈ, ਬਟ ਬਾਹਰਲੇ ਪਾਸੇ ਕੀ ਕਰਦੇ ਹਾਂ ਆਪਾਂ, 에ਅਰ ਦਾ ਜਿਹੜਾ ਟੈਂਪਰੇਚਰ ਹੈ, ਐਟਮੋਸਫੇਅਰ ਦਾ ਜੋ ਟੈਂਪਰੇਚਰ ਹੈ ਉਹ ਬਾਹਰ ਦੇਖਿਆ ਜਾਵੇ ਤਾਂ ਉਹ ਗਰਮ ਕਰ ਰਹੇ ਹਾਂ ਆਪਾਂ, ਜ਼ਿਆਦਾ ਹੋ ਰਿਹਾ ਹੈ, ਠੀਕ ਹੈ। ਹੁਣ ਵੀ ਤੁਸੀਂ ਦੇਖਿਆ ਹੋਣਾ ਬਹੁਤ ਜ਼ਿਆਦਾ 에ਅਰ ਪੋਲਿਊਸ਼ਨ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਡਿਕਲਾਈਨ ਦੇਖਣ ਨੂੰ ਮਿਲਿਆ ਹੈ ਡਿਊਰਿੰਗ ਲੋਕਡਾਊਨ ਡੇਜ਼। ਉਹਦਾ ਹੁਣ ਤੁਸੀਂ ਦੇਖਿਆ ਹੋਣਾ ਕਿ এনवायरमेंट 'ਤੇ ਕਿੰਨਾ ਅੱਛਾ ਇਫੈਕਟ ਸੀ, ਠੀਕ ਹੈ। ਲੋਕਡਾਊਨ ਦੇ ਟਾਈਮ 'ਤੇ ਅਗਰ ਸਮੋਕ ਵਗੈਰਾ, ਆਟੋਮੋਬਾਈਲਸ
ਦੇਖੋਗੇ ਤੁਸੀਂ ਬਹੁਤ ਘੱਟ ਚੱਲੇ, ਆਟੋਮੋਬਾਈਲਸ ਘੱਟ ਚੱਲੇ ਤਾਂ ਇਹਦਾ ਮਤਲਬ ਫੋਸਿਲ ਫਿਊਲ ਘੱਟ ਰਿਲੀਜ਼ ਹੋਇਆ। ਅਗਰ ਫੋਸਿਲ ਫਿਊਲ ਦੇ ਵਿੱਚ ਘੱਟ ਤੁਸੀਂ ਬਰਨਿੰਗ ਹੋਊਗੀ ਤਾਂ ਡੈਫੀਨੇਟਲੀ ਤੁਸੀਂ ਦੇਖੋਗੇ ਕਿ ਉਹਦੇ ਵਿੱਚ 에ਅਰ ਪੋਲਿਊਸ਼ਨ ਦਾ ਕਿਤੇ ਨਾ ਕਿਤੇ ਡਿਕਲਾਈਨ ਦੇਖਣ ਨੂੰ ਮਿਲਿਆ। ਸੋ ਦਿਸ ਇਜ਼ ਦ ਬੇਸਿਕਲੀ ਇੱਕ ਬਹੁਤ ਸਿੰਪਲ ਤੇ ਆਪਣੀ ਬਹੁਤ ਆਪਾਂ ਕਹੀਏ ਡੇ ਟੂ ਡੇ ਲਾਈਫ ਵਾਲੀ ਆਪਾਂ ਨੂੰ ਐਗਜ਼ਾਮਪਲ ਦੇਖਣ ਨੂੰ ਮਿਲੀ, ਜੋ ਕਿ 에ਅਰ ਪੋਲਿਊਸ਼ਨ ਦੇ ਘਟਣ ਨਾਲ ਤੁਸੀਂ ਦੇਖਿਆ ਹੋਣਾ ਕਿ ਵੈਦਰ ਦੇ ਵਿੱਚ ਐਟਮੋਸਫੇਅਰ ਦੇ ਵਿੱਚ ਕਿੰਨੀ ਮਤਲਬ ਕੂਲ 에ਅਰ ਬਰੀਜ਼ ਦਾ ਦੇਖਣ ਨੂੰ ਮਿਲਿਆ। ਐਂਡ ਮੋਰ ਓਵਰ ਵਿਜ਼ਨ ਦੀ ਪ੍ਰੋਬਲਮ ਜਿਹੜੀ ਸੀਗੀ ਉਹ ਘਟ ਜਾਂਦੀ ਹੈ, ਠੀਕ ਹੈ, ਹੇਜ਼ੀ ਵਿਜ਼ਨ ਨਹੀਂ ਰਹਿੰਦੀ, ਠੀਕ ਹੈ। ਆਟੋਮੋਬਾਈਲਸ ਦੇ ਘੱਟ, ਇੰਡਸਟਰੀਜ਼ ਘੱਟ ਚੱਲੀਆਂ ਡਿਊ ਟੂ ਲੋਕਡਾਊਨ, ਠੀਕ ਹੈ। ਪੋਪੂਲੇਸ਼ਨ ਸਿਰਫ ਆਪਦੇ ਘਰੇ ਰਹੀ, ਕਿਸੇ ਨੇ ਕਿਤੇ ਜਾਣਾ ਨਹੀਂ ਆਉਣਾ ਨਹੀਂ, ਫੈਕਟਰੀਜ਼ ਇੰਡਸਟਰੀਜ਼ ਬੰਦ ਰਹੀਆਂ, ਜਿਨ੍ਹਾਂ ਦੇ ਕਰਕੇ ਜੋ 에ਅਰ ਦੇ ਵਿੱਚ ਡਾਇਰੈਕਟਲੀ ਸਮੋਕ ਵਗੈਰਾ ਰਿਲੀਜ਼ ਕੀਤੀ ਜਾਂਦੀ ਸੀ ਉਹ ਨਹੀਂ ਰਹੀ, ਤਾਂ ਉਹਦੇ ਨਾਲ ਵਿਜ਼ਨ ਦੀਆਂ ਪ੍ਰੋਬਲਮਸ ਹੋ ਗਈਆਂ, ਐਟਮੋਸਫੇਅਰ ਕਲੀਨ ਹੋ ਗਿਆ, ਆਪਾਂ ਕਹੀਏ ਕਾਰਬਨ ਡਾਈਆਕਸਾਈਡ ਐਮਿਸ਼ਨਸ ਘਟ ਗਏ ਤੁਹਾਡੇ, ਠੀਕ ਹੈ। ਤਾਂ ਇਹ ਸਾਰੇ ਜੋ ਹੈ ਇੰਟਰਕਨੈਕਟਿਡ ਆਪਣੇ ਹਿਊਮਨ ਲਾਈਫ ਦੇ ਨਾਲ ਹੈ। ਤਾਂ ਜੇ ਹਿਊਮਨ ਲਾਈਫ ਆਪਾਂ ਕਹੀਏ ਆਪਣਾ ਹੀ ਲਾਈਫ ਸਟਾਈਲ ਠੀਕ ਹੋ ਜੇ, ਅਗਰ ਇਸੇ ਤਰੀਕੇ ਨਾਲ ਜਿਵੇਂ ਹੁਣ ਆਪਾਂ ਕਹੀਏ ਕਿ ਆਟੋਮੋਬਾਈਲਸ ਦੀ ਘੱਟ ਹੋ ਗਏ, ਪਬਲਿਕ ਟਰਾਂਸਪੋਰਟ ਨੂੰ ਜ਼ਿਆਦਾ ਯੂਜ਼ ਕਰਨਾ ਚਾਹੀਦਾ ਹੈ, ਜਾਂ ਫਿਰ ਆਪਾਂ ਕਹੀਏ ਕਿ ਜਿੱਥੇ ਤੱਕ ਹੋ ਸਕੇ ਤੁਹਾਨੂੰ ਏਸੀਜ਼ ਵਗੈਰਾ ਥੋੜ੍ਹੇ ਘੱਟ ਯੂਜ਼ ਕਰਨੇ ਚਾਹੀਦੇ ਹੈ, ਜਿੰਨਾ ਹੋ ਸਕਦਾ ਤੁਸੀਂ ਤਾਜ਼ੀ ਹਵਾ ਨਾਲ ਦੇਖੋ, ਆਪਦੇ ਆਪ ਨੂੰ ਡੀਲ ਕਰਾਓ, ਤਾਂ ਉਨੀ ਬੋਡੀ ਵੀ ਠੀਕ ਰਹੇਗੀ, ਪੋਲਿਊਸ਼ਨ ਵੀ ਘੱਟ ਹੋਏਗਾ, ਗਲੋਬਲ ਵਾਰਮਿੰਗ ਵੀ ਘੱਟ ਹੋਏਗੀ। ਸੋ ਸਾਰੇ ਜੋ ਆਪਣਾ ਲਾਈਫ ਸਟਾਈਲ ਹੈ ਉਹ ਕਿਤੇ ਨਾ ਕਿਤੇ এনवायरमेंट ਦੇ ਨਾਲ ਕਨੈਕਟਿਡ ਹੈ। ਜੇ ਆਪਣਾ ਲਾਈਫ ਸਟਾਈਲ ਅੱਛਾ ਹੋਊਗਾ ਤਾਂ এনवायरमेंट ਸਾਫ਼ ਰਹੂਗਾ। ਅਗਰ ਆਪਣੇ ਲਾਈਫ ਸਟਾਈਲਸ ਬਦਲਣਗੇ, ਆਪਣੇ ਲਾਈਫ ਸਟਾਈਲਸ ਜਿਹੜੇ ਹੈਗੇ ਆ ਉਹ ਹਾਰਮਿੰਗ ਇਨ ਨੇਚਰ ਹੋਣਗੇ, ਆਪਾਂ ਕਹਾਂਗੇ এনवायरमेंट ਲਈ ਬੈਨੀਫੀਸ਼ੀਅਲ ਨਹੀਂ ਹੋਣਗੇ, ਇੱਕ ਦੂਸਰੇ ਲਈ ਬੈਨੀਫੀਸ਼ੀਅਲ ਨਹੀਂ ਹੋਣਗੇ, ਤਾਂ ਡੈਫੀਨੇਟਲੀ এনवायरमेंट ਵੀ ਇੱਕ ਪੁਆਇੰਟ 'ਤੇ ਆ ਕੇ ਆਪਣੇ ਲਈ ਬੈਨੀਫੀਸ਼ੀਅਲ ਨਹੀਂ ਰਹੇਗਾ, ਠੀਕ ਹੈ। ਹਰੇਕ ਚੀਜ਼ ਨੇ ਆਪਣਾ ਜਿਹੜਾ ਹੈ ਕਿਤੇ ਨਾ ਕਿਤੇ ਐਂਟੀ ਸਿਸਟਮ ਚਲਾਉਣਾ ਹੀ ਚਲਾਉਣਾ ਹੈ। ਤਾਂ এনवायरमेंट ਵੀ ਜਦੋਂ ਆਪਾਂ ਨੂੰ ਆਪਾਂ ਕਹਿੰਦੇ ਨੈਚੁਰਲ ਡਿਜ਼ਾਸਟਰਸ ਹੈ, ਠੀਕ ਹੈ, ਗਲੋਬਲ ਵਾਰਮਿੰਗ ਕਰਕੇ ਜੇ ਮੈਲਟਿੰਗ ਆਫ ਗਲੇਸ਼ੀਅਰਸ ਚੱਲ ਰਹੇ ਨੇ ਤਾਂ ਉਹ ਖੁਦ ਨਹੀਂ ਮੈਲਟ ਕਰ ਰਹੇ, ਕਿਤੇ ਨਾ ਕਿਤੇ ਹਿਊਮਨ ਇੰਟਰਫੇਅਰੈਂਸ ਕਰਕੇ এনवायरमेंट ਦੇ ਨਾਲ ਉਹ ਚੀਜ਼ ਹੋ ਰਹੀ ਹੈ, right? So all these things, all these concepts are somewhere they are interconnected with the human activities। अगर ह्यूमन एक्टिविटीज़ सही होंगी डेफिनेटली एनवायरनमेंट जो है वो ह्यूमन ਨੂੰ सपोर्ट ही करेगा, खराब नहीं करेगा। ਤਾਂ ਆਪਾਂ ਨੂੰ ਆਪਣੇ ਲਾਈਫ ਸਟਾਈਲ ਥੋੜ੍ਹੇ ਜਿਹੇ ਦੇਖ ਕੇ ਰੱਖਣੇ ਚਾਹੀਦੇ। ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਏਸੀ ਲਾਣੇ ਨਹੀਂ, ਹੁਣ ਇੰਨੀ ਗਰਮੀ ਹੈ ਤਾਂ ਏਸੀ ਲੱਗਦੇ ਹੈ, ਲਾਉਣੇ ਵੀ ਪੈਂਦੇ ਹੈ, ਗਰਮੀ ਵੀ ਬਹੁਤ ਜ਼ਿਆਦਾ ਹੈ, ਬਟ ਤੁਸੀਂ ਉਸ ਚੀਜ਼ ਦਾ ਹੋਰ ਸਮਾਧਾਨ ਦੇਖੋ, ਤੁਸੀਂ ਟਰੀਜ਼ ਪਲਾਂਟ ਕਰੋ, ਆਪਣੇ ਆਸੇ ਪਾਸੇ ਗਰੀਨਰੀ ਹੋਣੀ ਚਾਹੀਦੀ ਹੈ, ਜਿੱਥੇ ਤੱਕ ਹੋ ਸਕੇ ਘੱਟ ਲਗਾਓ, ਥੋੜ੍ਹੀ ਕੂਲਿੰਗ ਕਰਕੇ ਤੁਸੀਂ ਰੂਮ ਦੀ ਬੰਦ ਕਰ ਦਿਓ ਏਸੀ ਨੂੰ। ਇਹ ਨਹੀਂ ਹੈ ਕਿ ਲਗਾਤਾਰ 6 ਘੰਟੇ ਲਈ 8 ਘੰਟੇ ਲਈ ਤੁਸੀਂ ਏਸੀ ਔਨ ਰੱਖ ਰਹੇ ਹੋ, ਠੀਕ ਹੈ। ਅੰਦਰ ਜੇ ਤੁਹਾਨੂੰ ਠੀਕ ਲੱਗ ਰਿਹਾ, ਇਟ ਇਜ਼ ਨਾਟ ਨੈਸੈਸਰੀ, ਮੈਂਡੇਟਰੀ ਨਹੀਂ ਹੈ, ਠੀਕ ਹੈ। ਔਰ ਪਬਲਿਕ ਟਰਾਂਸਪੋਰਟ ਫੋਲੋ ਕਰੋ, ਘੱਟ ਅਗਰ ਬਿਨਾਂ ਗੱਲ ਤੋਂ ਜਾਣ ਦੀ ਕਿਤੇ ਲੋੜ ਨਹੀਂ ਹੈ, ਅਗਰ ਜ਼ਰੂਰੀ ਹੈ ਫਿਰ ਜਾਓ। ਤਾਂ ਇਹ ਸਾਰੀਆਂ ਚੀਜ਼ਾਂ ਅਗਰ ਆਪਾਂ ਹਿਊਮਨ ਨੇਚਰ ਨੂੰ ਥੋੜ੍ਹਾ ਮੋਡੀਫਾਈ ਕਰ ਲਈਏ, ਹਿਊਮਨ ਐਕਟੀਵਿਟੀਜ਼ ਨੂੰ, ਤਾਂ ਡੈਫੀਨੇਟਲੀ ਤੁਸੀਂ ਦੇਖੋਗੇ ਕਿਤੇ ਨਾ ਕਿਤੇ এনवायरमेंट they will always support you all the phenomenons, ਰਾਈਟ। ਸੋ ਨੈਕਸਟ ਲੈਕਚਰ ਆਪਾਂ ਕੋਈ ਹੋਰ ਇੱਕ এনवायरमेंटल ਇਸ਼ੂ ਦੇ ਬਾਰੇ ਡਿਸਕਸ਼ਨ ਕਰਾਂਗੇ। ਉਹ ਇਸ਼ੂ ਤਾਂ ਬਿਲਕੁਲ ਹੀ ਆਈ ਸ਼ੁੱਡ ਸੇ ਕਿ ਹਰੇਕ ਬੰਦੇ ਦੇ ਨਾਲ ਜੋ ਹੈ ਕਨੈਕਟਡ ਹੈ, ਐਵਰੀਬਡੀ ਇਨ ਦ ਸੋਸਾਇਟੀ, ਠੀਕ ਹੈ। ਓਜ਼ੋਨ ਲੇਅਰ ਦੀ ਡਿਪਲੀਸ਼ਨ ਫਿਰ ਕਿਤੇ ਨਾ ਕਿਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਨੈਕਟਡ ਹੈ। ਦ ਨੈਕਸਟ ਇਸ਼ੂ ਵਿਚ ਵਿਲ ਬੀ ਡਿਸਕਸਡ ਇਨ ਦ ਨੈਕਸਟ ਲੈਕਚਰ, ਉਹ ਤਾਂ ਹਰੇਕ ਹੀ ਬੰਦੇ ਨਾਲ ਕਨੈਕਟਡ ਹੈ, ਐਂਡ ਹਰੇਕ ਬੰਦਾ ਜਿਹੜਾ ਹੈ ਆਪਣਾ ਕੰਟਰੀਬਿਊਸ਼ਨ ਉਸ ਚੀਜ਼ ਦੇ ਵਿੱਚ ਦੇ ਸਕਦਾ ਹੈ এনवायरमेंट ਨੂੰ ਕਲੀਨ ਕਰਨ ਲਈ, right? So next lecture we'll discuss about that particular issue. Till then, keep revising. Thank you.